ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਮਨਦੀਪ ਸਿੱਧੂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਆਇਲਸ ਰੀਡਿੰਗ ਦੇ ਬਾਰੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਆਇਲਸ ਰੀਡਿੰਗ ਦਾ ਫਾਰਮੈਟ ਕੀ ਹੁੰਦਾ। ਆਇਲਸ ਰੀਡਿੰਗ ਦੇ ਵਿੱਚ ਆਪਣੇ ਕੋਲ 3 ਪੈਸੇजेस ਹੁੰਦੇ ਆ ਐਂਡ ਇਹਨਾਂ ਕੱਲੇ ਪੈਸੇਜ ਦੇ ਵਿੱਚ ਅਰਾਊਂਡ 13 to 14 ਕੁਐਸਚਨਸ ਹੁੰਦੇ ਆ ਜੀ। ਠੀਕ ਹੈ ਜੀ। ਸੋ ਇਹਦੇ ਵਿੱਚ ਆਪਣੇ ਕੋਲੇ ਟਾਈਮ ਹੁੰਦਾ, ਜਿਹੜਾ ਟੋਟਲ ਟਾਈਮ ਹੁੰਦਾ ਆਪਣੇ ਕੋਲੇ ਅਪਰੋਕਸੀਮੇਟਲੀ 60 ਮਿੰਟਸ, ਐਗਜ਼ੈਕਟਲੀ 60 ਮਿੰਟਸ। ਬਟ ਜਦੋਂ ਇਹਨੂੰ ਆਪਾਂ ਐਕਚੁਅਲੀ ਅਟੈਂਪਟ ਕਰਦੇ ਹਾਂ ਤਾਂ ਆਪਣੇ ਕੋਲੇ ਇੱਕ ਪੈਸੇਜ ਲਈ, ਜਿਵੇਂ 3 ਪੈਸੇजेस ਨੇ ਤਾਂ ਇੱਕ ਪੈਸੇਜ ਲਈ ਅਪਰੋਕਸੀਮੇਟਲੀ 17 ਮਿੰਟਸ ਬਚਦੇ ਆ। 51 ਮਿੰਟਸ ਅਪਰੋਕਸੀਮੇਟਲੀ ਆਪਾਂ ਇਹਦੇ ਵਿੱਚ ਮੰਨ ਕੇ ਚੱਲਦੇ ਹਾਂ ਕਿ ਇੰਨਾ ਟਾਈਮ ਆਪਣੇ ਕੋਲੇ ਹੁੰਦਾ ਐਕਚੁਅਲੀ ਇਹਨੂੰ ਸੋਲਵ ਕਰਨ ਦੇ ਲਈ। ਜਿਹੜੇ 9 ਮਿੰਟਸ ਮੈਂ ਲਿਖੇ ਹੋਏ ਆ ਇਹ ਹੋ ਜਾਂਦਾ ਜੀ ਆਪਣੇ ਕੋਲੇ ਟ੍ਰਾਂਸਫਰ ਟਾਈਮ, ਕਿਉਂਕਿ ਰੀਡਿੰਗ ਨੂੰ ਤੁਸੀਂ ਸੋਲਵ ਕਰਨ ਦੇ ਨਾਲ ਹੀ ਜਿਹੜੀ ਉਹਦੀ ਆਨਸਰ ਸ਼ੀਟ ਹੁੰਦੀ ਆ ਉਹਦੇ ਤੇ ਆਪਦੇ ਆਨਸਰਸ ਵੀ ਟ੍ਰਾਂਸਫਰ ਕਰਨੇ ਆ। ਲਿਸਨਿੰਗ ਦੇ ਵਿੱਚ ਆਪਾਂ ਨੂੰ 10 ਮਿੰਟ ਐਕਸਟਰਾ ਮਿਲਦੇ ਹੈਗੇ ਆਨਸਰਸ ਟ੍ਰਾਂਸਫਰ ਕਰਨ ਲਈ। ਰੀਡਿੰਗ ਦੇ ਵਿੱਚ ਕੋਈ ਐਕਸਟਰਾ ਟਾਈਮ ਨਹੀਂ ਹੁੰਦਾ। ਸੋ ਜੇ ਆਪਾਂ ਉਹੀ 1 ਆਵਰ ਦੇ ਵਿੱਚੋਂ ਅਪਰੋਕਸੀਮੇਟਲੀ 10 ਮਿੰਟਸ ਘਟਾ ਲਈਏ ਤਾਂ 50 to 51 ਮਿੰਟਸ ਆਪਾਂ ਮੰਨ ਕੇ ਚੱਲਦੇ ਹੁੰਦੇ ਕਿ ਇੰਨਾ ਕੁ ਟਾਈਮ ਆਪਣੇ ਕੋਲੇ ਐਕਚੁਅਲੀ ਇਹਨਾਂ ਚੀਜ਼ਾਂ ਨੂੰ ਇਹਨਾਂ ਕੁਐਸਚਨਸ ਨੂੰ ਸੋਲਵ ਕਰਨ ਦੇ ਲਈ ਬਚਦਾ। ਟੋਟਲ ਆਪਣੇ ਕੋਲੇ ਹੁੰਦੇ ਜੀ 40 ਕੁਐਸਚਨਸ ਤੇ ਜਿਹੜੀ ਰੀਡਿੰਗ ਹੁੰਦੀ ਹੈ ਬੇਸਿਕਲੀ ਉਹ ਕੁਐਸਚਨਸ ਟਾਈਪਸ ਕਰਕੇ ਡਿਫਿਕਲਟ ਮੰਨੀ ਜਾਂਦੀ ਹੈ। ਆਪਣੇ ਕੋਲ ਇਹਦੇ ਵਿੱਚ ਕਈ ਤਰ੍ਹਾਂ ਦੇ ਕੁਐਸਚਨ ਟਾਈਪਸ ਹੁੰਦੇ ਆ। ਫॉर ਐਗਜ਼ਾਮਪਲ ਸਭ ਤੋਂ ਡਿਫਿਕਲਟ ਚੀਜ਼ ਜਿਹੜੀ ਮੰਨੀ ਜਾਂਦੀ ਹੈ ਜੀ ਸਟੂਡੈਂਟਸ ਦੁਆਰਾ, ਉਹ ਚੀਜ਼ ਹੁੰਦੀ ਹੈ ਹੈਡਿੰਗਸ। ਸੋ ਤੁਸੀਂ ਇੱਕ ਪੈਸੇਜ ਦੇ ਵਿੱਚ ਉਹਨਾਂ ਨੇ 5 6 ਮੇਬੀ 7 ਪੈਰਾਗ੍ਰਾਫਸ ਬਣਾਏ ਹੋਣਗੇ। ਉਹਨਾਂ ਨੇ ਟਾਈਟਲ ਦਿੱਤੇ ਹੋਣਗੇ ABCDEFGHI ਇਸ ਤਰ੍ਹਾਂ ਦਿੱਤੇ ਹੋਣਗੇ ਤੇ ਤੁਸੀਂ ਪੈਰਾਗ੍ਰਾਫ ਪੜ੍ਹ ਕੇ ਉਹਦਾ ਇੱਕ ਸੂਟੇਬਲ ਹੈਡਿੰਗ ਜਿਹੜਾ ਹੈਗਾ ਤੁਹਾਨੂੰ ਆਪਸ਼ਨਸ ਦਿੱਤੀਆਂ ਹੋਣਗੀਆਂ, ਆਪਸ਼ਨਸ ਦੇ ਵਿੱਚੋਂ ਚੂਜ਼ ਕਰਨਾ ਹੋਊਗਾ। ਹੁਣ ਇਹ ਚੀਜ਼ ਸਭ ਤੋਂ ਜ਼ਿਆਦਾ ਡਿਫਿਕਲਟ ਕਿਉਂ ਮੰਨੀ ਜਾਂਦੀ ਹੈ? ਕਿਉਂਕਿ ਇੰਨਾ ਟਾਈਮ ਆਪਣੇ ਕੋਲੇ ਨਹੀਂ ਹੁੰਦਾ ਕਿ ਆਪਾਂ ਸਾਰੇ ਦੇ ਸਾਰੇ ਪੈਰੇ ਨੂੰ ਪੜ੍ਹ ਕੇ ਤੇ ਉਹਦੀ ਇਨਫੋਰਮੇਸ਼ਨ ਨੂੰ ਸਮਝ ਕੇ ਉਹਦੇ ਬੇਸਿਸ ਤੇ ਆਪਾਂ ਇੱਕ ਹੈਡਿੰਗ ਚੁਣ ਸਕੀਏ। ਜਿਸ ਬੱਚੇ ਦੀ ਸਪੀਡ ਜਿਹੜੀ ਹੈਗੀ ਆ ਰੀਡਿੰਗ ਦੀ ਕਾਫੀ ਤੇਜ਼ ਹੈਗੀ ਆ, ਉਹੀ ਬੱਚੇ ਇਸ ਚੀਜ਼ ਨੂੰ ਸੂਟੇਬਲੀ ਸਹੀ ਤਰੀਕੇ ਨਾਲ ਸਹੀ ਅਟੈਂਪਟ ਕਰ ਪਾਉਂਦੇ ਹੈਗੇ। ਅਦਰਵਾਈਜ਼ ਜ਼ਿਆਦਾਤਰ ਬੱਚਿਆਂ ਨੂੰ ਇਸ ਚੀਜ਼ ਦੇ ਵਿੱਚ ਤੁੱਕਾ ਹੀ ਲਾਉਣਾ ਪੈਂਦਾ। ਦੂਜੀ ਟਾਈਪ ਆ ਜਾਂਦੀ ਜੀ ਆਪਣੇ ਕੋਲੇ ਮੈਚਿੰਗ ਇਨਫੋਰਮੇਸ਼ਨ। ਸੋ 2 ਡਿਫਰੈਂਟ ਟਾਈਪਸ ਆਫ ਇਨਫੋਰਮੇਸ਼ਨਸ ਜਿਹੜੀਆਂ ਆਪਾਂ ਨੂੰ ਕੁਐਸਚਨ ਦੇ ਫਾਰਮ ਦੇ ਵਿੱਚ ਉਹ ਦੇ ਦੇਣਗੇ, ਉਹਨਾਂ ਨੂੰ ਆਪਾਂ ਇੱਕ ਦੂਜੇ ਨਾਲ ਮੈਚ ਕਰਨਾ ਹੋਊ। ਫॉर ਐਗਜ਼ਾਮਪਲ ਕੁਐਸਚਨ ਨੰਬਰ 1 2 3 4 5 ਇਸ ਤਰ੍ਹਾਂ ਕੁਐਸਚਨ ਨੰਬਰ ਦੇ ਕੇ ਆਪਾਂ ਨੂੰ ਕੁਐਸਚਨ ਦੀ ਸਟੇਟਮੈਂਟ ਦੇ ਕੇ ਨਾਲ ਉਹ ਆਪਸ਼ਨ ਦੇ ਦੇਣਗੇ ਕਿ ਇਸ ਇਨਫੋਰਮੇਸ਼ਨ ਦੇ ਵਿੱਚੋਂ ABCDEFGH ਇਸ ਤਰ੍ਹਾਂ ਇਨਫੋਰਮੇਸ਼ਨ ਦੇ ਦੇਣਗੇ, ਉਹਨੂੰ ਤੁਸੀਂ ਮੈਚ ਕਰਨਾ ਹੋਊਗਾ ਅਕੋਰਡਿੰਗ ਟੂ ਦ ਇਨਫੋਰਮੇਸ਼ਨ ਦੈਟ ਇਜ਼ ਐਕਚੁਅਲੀ ਗਿਵਨ ਇਨ ਦ ਪੈਰਾਗ੍ਰਾਫ। ਇਹ ਚੀਜ਼ ਵੀ ਕਾਫੀ ਮੁਸ਼ਕਿਲ ਹੁੰਦੀ ਹੈ। ਸੋ ਹੈਡਿੰਗ ਤੇ ਮੈਚਿੰਗ ਇਨਫੋਰਮੇਸ਼ਨ ਦੇ ਜਿਹੜੇ ਕੁਐਸਚਨਸ ਹੁੰਦੇ ਆ ਇਹ ਪੈਰੇ ਦੇ ਵਿੱਚ ਇਨ ਆਰਡਰ ਕਦੇ ਵੀ ਨਹੀਂ ਹੁੰਦੇ। ਸੋ ਫॉर ਐਗਜ਼ਾਮਪਲ ਇਫ ਯੂ ਫਾਈਂਡ ਦੀ ਆਨਸਰ ਟੂ ਦ ਫਰਸਟ ਕੁਐਸਚਨ ਫਰਸਟ, then there is no guarantee that you are going to find the answer to question number 2 after this one. I mean to say ਕਿ ਜੇ ਪਹਿਲੇ ਕੁਐਸਚਨ ਦਾ ਆਨਸਰ ਆਪਾਂ ਨੂੰ ਮਿਲ ਗਿਆ ਤਾਂ ਦੂਸਰੇ ਦਾ ਉਸ ਤੋਂ ਬਾਅਦ ਹੋ ਸਕਦਾ, ਉਸ ਤੋਂ ਪਹਿਲਾਂ ਵੀ ਹੋ ਸਕਦਾ। ਥਰਡ ਦਾ ਕੁਐਸਚਨ ਫਸਟ ਤੋਂ ਬਾਅਦ ਹੋ ਸਕਦਾ, ਉਸ ਤੋਂ ਪਹਿਲਾਂ ਵੀ ਹੋ ਸਕਦਾ। ਪਹਿਲੇ ਦੇ ਵਿੱਚ ਇਹ ਆਨਸਰ ਕਿਤੇ ਵੀ ਹੋ ਸਕਦੇ ਆ। there is no guarantee ਕਿ ਪਹਿਲਾਂ ਤੁਹਾਨੂੰ ਪਹਿਲੇ ਕੁਐਸਚਨ ਦਾ ਆਨਸਰ ਮਿਲੂਗਾ, ਫਿਰ ਦੂਜੇ ਦਾ, ਫਿਰ ਤੀਜੇ ਦਾ। ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ ਹੈਗੀ। ਇਹ ਵਾਲੇ 2 ਟਾਈਪਸ ਜਿਹੜੀਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਆਰਡਰ ਦੇ ਵਿੱਚ ਨਹੀਂ ਹੁੰਦੇ। ਬਾਕੀ ਜਿਹੜੀਆਂ ਟਾਈਪਸ ਲਿਖੀਆਂ ਨੇ ਮੈਂ, ਇਹਨਾਂ ਦੇ ਵਿੱਚ ਯੂਜ਼ਲੀ ਆਨਸਰ ਜਿਹੜੇ ਹੁੰਦੇ ਆ ਉਹ ਆਰਡਰ ਦੇ ਵਿੱਚ ਹੁੰਦੇ ਆ। ਯੂਜ਼ਲੀ ਕਹਿਣ ਦਾ ਮਤਲਬ ਇਹ ਹੈ ਕਿ 90 to 95% ਆਫ ਦਾ ਟਾਈਮ ਇਹ ਆਰਡਰ ਦੇ ਵਿੱਚ ਹੋਣਗੇ। ਗਾਰੰਟੀ ਨਹੀਂ ਹੈ ਕਿ ਹੋਣਗੇ ਹੀ ਹੋਣਗੇ। there are always exceptions even to these rules. ਇਹ ਜਿਹੜੀਆਂ ਮੈਂ ਟਾਈਪਸ ਲਿਖੀਆਂ ਇਹ ਵੀ ਸਾਰੀਆਂ ਕੰਪਰੀਹੈਂਸਿਵ ਨਹੀਂ ਹੈਗੀਆਂ, ਇਹ ਕਾਫੀ ਜ਼ਿਆਦਾ ਟਾਈਪਸ ਹੋ ਜਾਂਦੀਆਂ, ਅਪਰੋਕਸੀਮੇਟਲੀ 11-12 ਟਾਈਪਸ ਹੋ ਜਾਂਦੀਆਂ ਨੇ। ਸੋ ਇਹਦੇ ਲਈ ਆਪਾਂ ਕਿਸੇ ਦਿਨ ਫੇਰ ਵੀਡੀਓ ਬਣਾਵਾਂਗੇ, ਮੇਬੀ ਈਵਨ ਮੋਰ ਦੈਨ 1 ਵੀਡੀਓ ਵਿਲ ਬੀ ਮੇਡ, ਤਾਂ ਕਿ ਇਹ ਸਾਰੇ ਜਿਹੜੀਆਂ ਟਾਈਪਸ ਨੇ ਆਪਾਂ ਚੰਗੀ ਤਰ੍ਹਾਂ ਡਿਸਕਸ ਕਰ ਸਕੀਏ। ਇੱਕ ਹੋਰ ਚੀਜ਼ ਹੈਗੀ ਹੈ, ਇਹ ਡਿਫਰੈਂਟ ਟਾਈਪਸ ਦੇ ਅਕੋਰਡਿੰਗਲੀ ਇਹਨਾਂ ਕੁਐਸਚਨਸ ਨੂੰ ਸੋਲਵ ਕਰਨ ਦੀ ਸਟ੍ਰੈਟਜੀ ਵੀ ਚੇਂਜ ਹੋ ਜਾਂਦੀ ਹੈ। ਇਸ ਲਈ ਇਹਦੇ ਤੇ ਆਪਾਂ ਨੂੰ ਹੋਰ ਵੀਡੀਓਜ਼ ਬਣਾਉਣੀਆਂ ਪੈਣਗੀਆਂ। we will definitely be coming up with more videos on strategies to solve different types of questions. next type ਆ ਜਾਂਦੀ ਜੀ ਆਪਣੇ ਕੋਲੇ true false not given ਜਾਂ yes no not given। ਸਲਾਈਡ ਜਿਹਾ ਫਰਕ ਹੈਗਾ, ਹਮੇਸ਼ਾ ਇਸ ਚੀਜ਼ ਦਾ ਧਿਆਨ ਦੇਣਾ ਕਿ ਐਗਜ਼ਾਮ ਦੇ ਵਿੱਚ ਆਪਾਂ ਨੂੰ true false ਪੁੱਛਿਆ ਜਾ ਰਿਹਾ ਜਾਂ yes no ਪੁੱਛਿਆ ਜਾ ਰਿਹਾ। not given ਦੋਨਾਂ ਸੇਮ ਹੋ ਜਾਊਗਾ। ਕਈ ਸਟੂਡੈਂਟਸ ਕਾਹਲੀ ਦੇ ਵਿੱਚ ਇਹ ਮਿਸਟੇਕ ਕਰ ਆਉਂਦੇ ਆ ਕਿ true false ਨੂੰ ਉਹ yes no ਦੇ ਨਾਲ ਆਨਸਰ ਕਰ ਆਉਂਦੇ ਆ। if they are asking you to answer the question in terms of true or false, you have to write whether the statement is true or false. You have to use the words true and false, or it can be not given. But if the exam is asking about yes no not given, then you have to use the terms yes or no or not given. True ਨੂੰ ਤੁਸੀਂ yes ਨਹੀਂ ਕਹਿ ਸਕਦੇ, yes ਨੂੰ ਤੁਸੀਂ true ਨਹੀਂ ਕਹਿ ਸਕਦੇ। ਜਿਹੜੀ ਚੀਜ਼ instructions ਦੇ ਵਿੱਚ ਉਹਨਾਂ ਨੇ ਕਹੀ ਆ
ਉਹੀ ਵਰਡ ਯੂਜ਼ ਕਰਨਾ। ਦਿਸ ਇਜ਼ ਅ ਸਿਲੀ ਮਿਸਟੇਕਸ ਤੇ ਬਹੁਤ ਸਾਰੇ ਜਿਹੜੇ ਸਟੂਡੈਂਟ ਹੈਗੇ ਆ ਉਹ ਇਹ ਮਿਸਟੇਕ ਕਰਕੇ ਆਉਂਦੇ ਆ। ਅਗਲੀ ਟਾਈਪ ਆ ਜਾਂਦੀ ਜੀ MCQs। MCQs ਦੇ ਵਿੱਚ ਇੱਕ ਪਪੂਲਰ ਸਟ੍ਰੈਟਜੀ ਹੁੰਦੀ ਹੈ ਐਲੀਮੀਨੇਸ਼ਨ ਮੈਥਡ। ਜੇ ਆਪਾਂ ਨੂੰ ਸਾਰੀ ਚੀਜ਼ ਨਹੀਂ ਸਮਝ ਆ ਰਹੀ, ਆਪਾਂ ਨੂੰ ਐਗਜ਼ੈਕਟ ਜਿਹੜੀ ਆਪਸ਼ਨ ਆ ਨਹੀਂ ਪਤਾ ਚੱਲ ਰਹੀ, ਤਾਂ ਆਪਾਂ ਆਪਸ਼ਨਸ ਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਜਿਹੜੀਆਂ ਆਪਸ਼ਨਸ ਐਲੀਮੀਨੇਟ ਹੋ ਜਾਂਦੀਆਂ ਨੇ ਉਹ ਆਪਣੇ ਆਨਸਰ ਨਹੀਂ ਹੋ ਸਕਦੇ। ਮੋਸਟ ਆਫ ਦਾ ਟਾਈਮ ਇੱਕੋ ਹੀ ਆਪਸ਼ਨ ਬਚਦੀ ਹੈ, ਈਵਨ though we are not very sure that this is the right answer, but because we can eliminate other options, that option will be the only correct option left. ਇੱਕ ਟਾਈਪ ਆ ਜਾਂਦੀ ਹੈ ਜੀ ਆਪਣੇ ਕੋਲੇ ਸ਼ਾਰਟ ਆਨਸਰਸ। ਸੋ ਇਹ ਬੇਸਿਕ ਸਿੰਪਲ ਕੁਐਸਚਨਸ ਹੁੰਦੇ ਆ ਤੇ ਤੁਸੀਂ ਪੈਰਾਗ੍ਰਾਫ ਦੇ ਵਿੱਚੋਂ ਆਨਸਰਸ ਇਹਦੇ ਦੇਣੇ ਹੁੰਦੇ ਆ। ਇੱਕ ਹੋਰ ਟਾਈਪ ਆ ਜਾਂਦੀ ਹੈ ਫਿਲ ਇਨ ਦਾ ਬਲੈਂਕਸ। ਦਿਸ ਕੈਨ ਬੀ ਅ ਸਮਰੀ ਕੰਪਲੀਸ਼ਨ, ਦਿਸ ਕੈਨ ਬੀ ਸਿੰਪਲ ਫਿਲ ਇਨ ਦਾ ਬਲੈਂਕਸ। ਸਮਰੀ ਕੰਪਲੀਸ਼ਨ ਵੀ ਇੱਕ ਜਿਵੇਂ ਅਲੱਗ ਟਾਈਪ ਹੋ ਸਕਦੀ ਹੈ, ਉਹਦੇ ਵਿੱਚ ਅੱਗੇ ਦੋ ਟਾਈਪਸ ਹੋ ਜਾਂਦੀਆਂ। ਯੂ ਹੈਵ ਟੂ ਚੂਜ਼ ਦਾ ਵਰਡ ਫਰੋਮ ਦਾ ਪੈਰਾਗ੍ਰਾਫ, or in one kind of summary completion you will have to choose the words from a given list। ਜਿਹੜੀ A ਟਾਈਪ ਹੁੰਦੀ ਹੈ ਜਿਹਦੇ ਵਿੱਚ ਇੱਕ ਲਿਸਟ ਦਿੱਤੀ ਹੈ ਤੇ ਤੁਸੀਂ ਉਹਦੇ ਵਿੱਚੋਂ ਵਰਡਸ ਚੂਜ਼ ਕਰਨੇ। ਆਈ ਪਰਸਨਲੀ ਫੀਲ ਦੈਟ ਦਿਸ ਵਨ ਇਜ਼ ਦੀ ਈਜ਼ੀਐਸਟ ਟਾਈਪ, ਕਿਉਂਕਿ ਬਹੁਤ ਸਾਰੇ ਬੱਚੇ ਹੁੰਦੇ ਆ ਜਿਨ੍ਹਾਂ ਦੀ ਗ੍ਰਾਮਰ ਤੇ ਪਕੜ ਸਟਰੋਂਗ ਹੁੰਦੀ ਆ। they are comfortable with grammar and they can easily find the correct answers even without going to the paragraph। ਉਹਨਾਂ ਦੀਆਂ options ਹੀ ਇਸ ਤਰ੍ਹਾਂ ਦੀਆਂ ਹੁੰਦੀਆਂ that sometimes there is only one correct option which can be filled in that blank because only that option is grammatically correct। ਚਲੋ ਇਹ ਆਪਣਾ ਬੇਸਿਕ ਆ ਗਿਆ। ਜਿਹੜੀਆਂ ਇਹ ਟਾਈਪਸ ਨੇ ਅਪਰੋਕਸੀਮੇਟਲੀ 11 to 12 ਹੁੰਦੀਆਂ ਨੇ, ਜਿਹੜੀਆਂ ਆਪਾਂ ਅਗਲੀਆਂ ਵੀਡੀਓਜ਼ ਦੇ ਵਿੱਚ ਡਿਸਕਸ ਕਰਾਂਗੇ। ਹੁਣ ਮੈਂ ਗੱਲ ਕਰਨੀ ਚਾਹੁੰਦਾ ਕਿ ਜੇ ਆਪਾਂ ਰੀਡਿੰਗ ਇੰਪਰੂਵ ਕਰਨੀ ਹੈ, I'm not talking about exam tips। exam tips ਦੀ ਗੱਲ ਨਹੀਂ ਮੈਂ ਕਰ ਰਿਹਾ, I'm talking about improving your reading in the long term। For example 3 months 4 months even more time than this। ਜੇ ਤੁਸੀਂ ਉਹ ਚੀਜ਼ ਇੰਪਰੂਵ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈਗਾ। ਇਹ ਜਿਹੜਾ ਆਇਲਟਸ ਦਾ ਐਗਜ਼ਾਮ ਹੁੰਦਾ, ਜਿਹੜੀ ਰੀਡਿੰਗ ਹੁੰਦੀ ਹੈ, ਇਹ ਰੀਡਿੰਗ ਆਪਾਂ ਨੂੰ ਆਉਂਦੀ ਹੈ ਜੀ ਜ਼ਿਆਦਾਤਰ ਨਿਊਜ਼ਪੇਪਰਸ ਦੇ ਵਿੱਚੋਂ, ਮੈਗਜ਼ੀਨਸ ਦੇ ਵਿੱਚੋਂ, ਜਰਨਲਸ ਦੇ ਵਿੱਚੋਂ। ਸੋ ਇਹਨਾਂ ਚੀਜ਼ਾਂ ਨੂੰ ਪੜ੍ਹਨ ਦੀ ਆਦਤ ਪਾਓ, ਠੀਕ ਹੈ। ਫੋਰ ਐਗਜ਼ਾਮਪਲ ਯੂ ਕੈਨ ਰੀਡ editorial pages, opinions। If you're reading magazines, you can read any kind of content that is going to talk about only one particular thing। The opinion can be about anything, topic can be anything। ਜਿਹੜੇ ਇਹਦੇ 'ਚ ਵੀ topic ਹੁੰਦੇ ਆ, they can be out of a very broad range। ਕੋਈ ਵੀ topic ਹੋ ਸਕਦਾ, ਕੋਈ ਇਹਦੇ 'ਚ ਜ਼ਰੂਰੀ ਨਹੀਂ ਹੈ that this has to be academic, this has to be something that is actually teaching you। ਇਹ ਕਿਸੇ ਵੀ ਚੀਜ਼ ਬਾਰੇ ਹੋ ਸਕਦਾ। this can be an informative paragraph or this can be a discursive paragraph। ਸੋ ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਹੈ ਕਿਸ ਤਰ੍ਹਾਂ ਦੇ ਪੈਸੇजेस ਤੁਹਾਨੂੰ ਆਉਣਗੇ, ਠੀਕ ਹੈ। ਸੋ ਫਾਈਨਲੀ if you have not subscribed to our channel so please do so। ਅਸੀਂ ਹੋਰ ਵੀ ਵੀਡੀਓਜ਼ ਬਹੁਤ ਸਾਰੀਆਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ। If you have any suggestions, if you want us to make any videos on any particular topic or any particular module, please tell us in the comments। So thank you for watching this video।